ਅੱਜ ਤੁਹਾਡੇ ਲਈ ਸੂਫੀ ਕਵੀ ਸ਼ੇਖ ਫਰੀਦ ਜੀ ਦੇ ਨਾਲ ਸੰਬੰਧਿਤ ਹੈ ਜਿਹੜਾ ਲੈਕਚਰ ਲੈ ਕੇ ਆਈ ਹਾਂ। ਅੱਜ ਅਸੀਂ ਸ਼ੇਖ ਫਰੀਦ ਜੀ ਦੀ ਉਹਨਾਂ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਉਮੀਦ ਕਰਦੀ ਹਾਂ ਕਿ ਅੱਜ ਦਾ ਜਿਹੜਾ ਲੈਕਚਰ ਆ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰਹੇਗਾ। ਮਾਸਟਰ ਕੇਡਰ ਦੇ ਲਈ ATT ਪੰਜਾਬੀ ATT ਦੀਆਂ ਜਿਹੜੀਆਂ ਪੋਸਟਾਂ ਆਈਆਂ ਰੀਸੈਂਟਲੀ ਉਹਨਾਂ ਦੇ ਲਈ, ਮਾਸਟਰ ਕੇਡਰ ਪੰਜਾਬੀ ਦੇ ਲਈ, UGC ਨੈਟ ਦੇ ਲਈ, ਠੀਕ ਹੈ ਜੀ। ਬਹੁਤ ਹੀ ਮਹੱਤਵਪੂਰਨ ਅੱਜ ਦਾ ਲੈਕਚਰ ਆ। ਤਾਂ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਸਾਰਿਆਂ ਨੂੰ, ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ, ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਆ ਜਿਹੜਾ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਅੱਜ ਦੀ ਵੀਡੀਓ ਆ ਜਿਹੜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਤਾਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਜਿਹੜਾ ਫਰੀਦ ਜੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ। ਸਭ ਤੋਂ ਪਹਿਲਾਂ ਜੀ ਮੈਂ ਦੱਸਣਾ ਚਾਹਾਂਗੀ ਕਿ ਸੂਫੀ ਕਾਵਿ ਧਾਰਾ ਜਿਹੜੀ ਹੈਗੀ ਆ, ਸ਼ੇਖ ਫਰੀਦ ਜੀ ਸੂਫੀ ਕਵੀ ਹੋਏ ਨੇ। ਤਾਂ ਪਹਿਲਾਂ ਸੂਫੀ ਕਾਵਿ ਧਾਰਾ ਦੇ ਬਾਰੇ ਆਪਾਂ ਥੋੜ੍ਹਾ ਬਹੁਤਾ ਜਾਣਕਾਰੀ ਹੈ ਜਿਹੜੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਸੂਫੀ ਕਾਵਿ ਧਾਰਾ ਦਾ ਜਿਹੜਾ ਆਰੰਭ ਆ ਉਹ 12ਵੀਂ ਸਦੀ ਦੇ ਵਿੱਚ ਆ ਜਿਹੜਾ ਉਹ ਹੋਇਆ। ਅਤੇ ਇਹਦੇ ਪਹਿਲੇ ਪੜਾਅ ਦੇ ਸੂਫੀ ਕਵੀ ਸ਼ੇਖ ਫਰੀਦ ਜੀ ਤੋਂ ਹੁੰਦਾ ਵਾ, ਠੀਕ ਹੈ ਜੀ। ਆਪ ਦਾ ਸੰਬੰਧ ਆ ਜਿਹੜਾ ਚਿਸ਼ਤੀ ਸੰਪਰਦਾਇ ਦੇ ਨਾਲ ਸੀ। ਇੱਥੇ ਪ੍ਰਸ਼ਨ ਬਣਦਾ, ਇਹ ਹਰ ਵਾਰੀ ਆਉਂਦਾ ਪੇਪਰ ਦੇ ਵਿੱਚ, ਬਹੁਤ ਮਹੱਤਵਪੂਰਨ ਹੈਗਾ ਵਾ ਕਿ ਸ਼ੇਖ ਫਰੀਦ ਜੀ ਦਾ ਜਿਹੜਾ ਸੰਬੰਧ ਆ ਕਿਸ ਸੰਪਰਦਾਇ ਨਾਲ ਸੀ। ਸ਼ੇਖ ਫਰੀਦ ਜੀ ਦਾ ਸੰਬੰਧ ਚਿਸ਼ਤੀ ਸੰਪਰਦਾਇ ਦੇ ਨਾਲ ਜਿਹੜਾ ਸੀਗਾ ਉਹਨਾਂ ਦਾ ਸੰਬੰਧ ਸੀ। ਅਤੇ ਆਪ ਨੂੰ ਪੰਜਾਬੀ ਦੇ ਪਹਿਲੇ ਪ੍ਰਮਾਣਿਕ ਸਾਹਿਤਕਾਰ ਹੋਣ ਦਾ ਮਾਣ ਆ ਜਿਹੜਾ ਉਹ ਹਾਸਲ ਹੋਇਆ, ਠੀਕ ਹੈ ਜੀ। ਅਤੇ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਪੰਜਾਬੀ ਸਾਹਿਤ ਦਾ ਆਰੰਭ ਆ ਜਿਹੜਾ ਉਹ ਕਹਿੰਦੇ 8ਵੀਂ-9ਵੀਂ ਸਦੀ ਵਿੱਚ ਨਾਥ ਜੋਗੀਆਂ ਤੋਂ ਹੋਇਆ, ਠੀਕ ਹੈ ਜੀ। ਪਰ ਪੰਜਾਬੀ ਦਾ ਸਭ ਤੋਂ ਪਹਿਲਾ ਕਵੀ ਗੋਰਖਨਾਥ ਸੀ। ਇਹ ਕਿਹਨੇ ਕਿਹਾ? ਮੋਹਨ ਸਿੰਘ ਦੀਵਾਨਾ ਨੇ ਕਿਹਾ 8ਵੀਂ-9ਵੀਂ ਸਦੀ ਤੋਂ। ਪਰ ਜੇ ਅਸੀਂ ਸੂਫੀ ਕਵੀ ਦੀ ਸੂਫੀ ਕਾਵਿਧਾਰਾ ਦੀ ਗੱਲ ਕਰੀਏ ਤਾਂ ਉਸ ਦਾ ਜਿਹੜਾ ਆਰੰਭ ਆ ਉਹ 12ਵੀਂ ਸਦੀ ਦੇ ਵਿੱਚ ਹੁੰਦਾ ਮੰਨਿਆ ਜਾਂਦਾ ਵਾ ਪ੍ਰਮਾਣਿਕ ਤੌਰ ਦੇ ਉੱਤੇ। ਅਤੇ ਪਹਿਲੇ ਪੜਾਅ ਦੇ ਜਿਹੜੇ ਸੂਫੀ ਕਵੀ ਨੇ ਉਹ ਸ਼ੇਖ ਫਰੀਦ ਜੀ ਤੋਂ ਹੀ ਹੁੰਦਾ, ਠੀਕ ਹੈ ਜੀ। ਅਤੇ ਸ਼ੇਖ ਫਰੀਦ ਜੀ ਚਿਸ਼ਤੀ ਸੰਪਰਦਾਇ ਨਾਲ ਸੰਬੰਧਿਤ ਸੀ। ਬਸ ਇਹ ਯਾਦ ਰੱਖਣਾ। ਇੱਥੇ ਇਸ ਤਰ੍ਹਾਂ ਦੇ ਪ੍ਰਸ਼ਨ ਆ ਜਿਹੜੇ ਪੇਪਰ ਵਿੱਚ ਆਮ ਪੁੱਛੇ ਜਾਂਦੇ ਨੇ। ਇਸ ਤੋਂ ਬਾਅਦ ਅਸੀਂ ਸ਼ੇਖ ਫਰੀਦ ਜੀ ਦੇ ਬਾਰੇ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਸ਼ੇਖ ਫਰੀਦ ਜੀ ਦੇ ਜਿਹੜਾ ਨਾਮ ਆ ਉਹਦੇ ਅਰਥ ਕੀ ਨੇ? ਸ਼ੇਖ ਦਾ ਅਰਥ ਕੀ ਹੁੰਦਾ ਜੀ? ਸ਼ੇਖ ਦਾ ਅਰਥ ਹੁੰਦਾ ਪੀਰ, ਮੁਰਸ਼ਦ ਜਾਂ ਗੁਰੂ। ਜਿਸ ਨੂੰ ਪੀਰ, ਮੁਰਸ਼ਦ ਜਾਂ ਗੁਰੂ ਜਿਹੜਾ ਸਮਾਨ ਅਰਥ ਨੇ ਸ਼ੇਖ ਦੇ, ਠੀਕ ਹੈ ਜੀ। ਅੱਗੇ ਫਰੀਦ, ਫਰੀਦ ਸ਼ਬਦ ਆ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਇਕੱਲਾ, ਤਨਹਾ ਜਾਂ ਸਭ ਤੋਂ ਵੱਖਰਾ, ਠੀਕ ਹੈ ਜੀ। ਆਪਾਂ ਸ਼ੇਖ ਫਰੀਦ ਜੀ ਦੇ ਨਾਮ ਦੇ ਜਿਹੜੇ ਹੁਣ ਅਰਥ ਨੇ ਆਪਾਂ ਉਹ ਕੀਤੇ ਨੇ। ਸ਼ੇਖ ਮੀਨਸ ਪੀਰ, ਮੁਰਸ਼ਦ, ਗੁਰੂ, ਅਤੇ ਫਰੀਦ ਦਾ ਅਰਥ ਹੁੰਦਾ ਕਿ ਇਕੱਲਾ, ਤਨਹਾ ਜਾਂ ਜੋ ਸਭ ਤੋਂ ਵੱਖਰਾ ਹੋਵੇ। ਅੱਗੇ ਜਨਮ ਦੀ ਗੱਲ ਕਰੀਏ, ਸ਼ੇਖ ਫਰੀਦ ਜੀ ਦਾ ਜਨਮ ਆ ਜਿਹੜਾ ਉਹ 1173 ਈਸਵੀ ਵਿੱਚ ਹੁੰਦਾ ਵਾ, ਠੀਕ ਹੈ ਜੀ। ਰਮਜ਼ਾਨ ਮਹੀਨੇ ਦੀ 1 ਤਾਰੀਖ ਨੂੰ, ਠੀਕ ਹੈ, ਠੀਕ ਹੈ ਜੀ। ਅੱਗੇ ਇਹਨਾਂ ਦਾ ਜਿਹੜਾ ਪਿੰਡ ਆ ਖੋਤਵਾਲ ਜਾਂ ਕੋਠੇਵਾਲ ਕਿਹਾ ਜਾਂਦਾ, ਕਾਠਵਾਲ ਵੀ ਕਿਹਾ ਜਾਂਦਾ। ਅਤੇ ਇਹ ਇਹਨਾਂ ਦੇ ਨੇਮ ਆ ਜਿਹੜੇ 3 ਅਲੱਗ-ਅਲੱਗ ਕਈ ਕਿਤਾਬਾਂ ਦੇ ਵਿੱਚ, ਮਤਲਬ ਅਲੱਗ-ਅਲੱਗ ਨਾਮ ਕਈ ਕਿਤਾਬਾਂ ਦੇ ਵਿੱਚ ਕੋਠੇਵਾਲ, ਖੋਤਵਾਲ ਜਾਂ ਕਾਠਵਾਲ ਆ ਜਿਹੜਾ ਇਹ ਲਿਖੇ ਹੋਏ ਮਿਲਦੇ ਨੇ। ਇਹਨਾਂ ਨੂੰ ਤੁਸੀਂ ਯਾਦ ਰੱਖਿਓ। ਅਤੇ ਹੁਣ ਅੱਜ ਕੱਲ੍ਹ ਇਸ ਸਥਾਨ ਨੂੰ ਚੌਲੀ ਮੁਸੈਖਾ ਕਿਹਾ ਜਾਂਦਾ, ਠੀਕ ਹੈ ਜੀ, ਹੁਣ ਪ੍ਰੈਜ਼ੈਂਟ ਸਮੇਂ ਦੇ ਵਿੱਚ। ਪਹਿਲਾਂ ਜਦੋਂ ਇਹਨਾਂ ਦਾ ਜਨਮ ਹੋਇਆ 1173 ਈਸਵੀ ਵਿੱਚ, ਉਸ ਸਥਾਨ ਦਾ ਨਾਮ ਖੋਤਵਾਲ, ਕੋਠੇਵਾਲ ਜਾਂ ਕਾਠਵਾਲ ਸੀ। ਹੁਣ ਉਸ ਨੂੰ ਚੌਲੀ ਮੁਸੈਖਾ ਕਿਹਾ ਜਾਂਦਾ ਹੈ। ਅਤੇ ਇਹ ਸਥਾਨ ਹੈ ਕਿੱਥੇ? ਪਾਕਿਸਤਾਨ ਦੇ ਵਿੱਚ ਆ ਜੀ ਪ੍ਰੈਜ਼ੈਂਟਲੀ, ਮੁਲਤਾਨ, ਠੀਕ ਹੈ। ਅੱਗੇ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਦੇ ਵਿੱਚ। ਪੂਰਾ ਨਾਮ ਜਿਹੜਾ ਇਹਨਾਂ ਦਾ ਸੀਗਾ ਸ਼ੇਖ ਫਰੀਦ ਜੀ ਦਾ, ਸ਼ੇਖ ਫਰੀਦ ਉਦ ਦੀਨ ਮਸਊਦ ਸ਼ਕਰਗੰਜ ਇਹਨਾਂ ਦਾ ਪੂਰਾ ਨਾਮ ਸੀਗਾ, ਠੀਕ ਹੈ। ਕਈ ਵਾਰੀ ਪੂਰਾ ਨਾਮ ਵੀ ਪੁੱਛਿਆ ਜਾ ਸਕਦਾ ਜਾਂ ਕਈ ਵਾਰੀ ਇਕੱਲਾ ਸ਼ਕਰਗੰਜ ਵੀ ਇਹਨਾਂ ਨੂੰ ਕਿਹਾ ਜਾਂਦਾ, ਸ਼ਕਰਗੰਜ ਵੀ ਲਿਖਿਆ ਜਿਹੜਾ ਸਾਨੂੰ ਉਹ ਮਿਲਦਾ ਵਾ। ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਪ੍ਰਸ਼ਨ ਕਿਸੇ ਵੀ ਤਰ੍ਹਾਂ ਘੁਮਾ ਕੇ ਪੁੱਛਿਆ ਜਾ ਸਕਦਾ। ਸ਼ੇਖ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਸ਼ੇਖ
ਜਮਾਲੂਦੀਨ ਸੁਲੇਮਾਨ ਸੀ ਅਤੇ ਮਾਤਾ ਜੀ ਦਾ ਨਾਂ ਬੀਬੀ ਕਰਸੂਮ ਖਾਤੂਨ, ਬੀਬੀ ਮਰੀਅਮ ਵੀ ਲਿਖਿਆ ਹੋਇਆ ਹੁੰਦਾ, ਠੀਕ ਆ। ਕਰਸੂਮ ਖਾਤੂਨ ਉਹਨਾਂ ਦੀ ਜਿਹੜੀ ਮਾਤਾ ਜੀ ਸੀ ਉਹਨਾਂ ਦਾ ਨਾਮ ਸੀ। ਅਤੇ ਇਸ ਤੋਂ ਬਾਅਦ ਸ਼ੇਖ ਫਰੀਦ ਜੀ 3 ਭਰਾ ਸਨ, ਜਿਨ੍ਹਾਂ ਵਿੱਚੋਂ ਆਪ ਵਿਚਕਾਰਲੇ ਸਨ। ਇੱਕ ਉਹਨਾਂ ਦਾ ਭਰਾ ਉਹਨਾਂ ਤੋਂ ਵੱਡਾ ਸੀ ਅਤੇ ਇੱਕ ਛੋਟਾ ਸੀ, ਠੀਕ ਹੈ। ਇਹ ਵੈਸੇ ਇਸ ਤਰ੍ਹਾਂ ਦਾ ਕੁਐਸਚਨ ਤਾਂ ਨਹੀਂ ਆਉਂਦਾ, ਬਟ ਫਿਰ ਵੀ ਤੁਹਾਨੂੰ ਇੱਕ ਪੂਰੀ ਉਹਨਾਂ ਦੇ ਜੀਵਨ ਦੇ ਬਾਰੇ, ਉਹਨਾਂ ਦੇ ਪਰਿਵਾਰ ਬਾਰੇ ਪਤਾ ਹੋਣਾ ਚਾਹੀਦਾ। ਅਤੇ ਇਸ ਤੋਂ ਬਾਅਦ ਅੱਗੇ ਉਹਨਾਂ ਦੀ ਆਪਾਂ ਸਿੱਖਿਆ ਦੀ ਗੱਲ ਕਰੀਏ, ਸ਼ੇਖ ਫਰੀਦ ਜੀ ਦੀ ਜਿਹੜੀ ਮੁੱਢਲੀ ਸਿੱਖਿਆ ਸੀ ਉਹ ਪਿੰਡ ਕੋਠੇਵਾਲ ਵਿੱਚ ਮੌਲਾਨਾ ਮਿਨਹਾਜ਼ ਉਦੀਨ ਤੋਂ ਜਿਹੜੀ ਉਹਨਾਂ ਨੇ ਹਾਸਲ ਕੀਤੀ ਸੀ ਮੁੱਢਲੀ ਸਿੱਖਿਆ, ਠੀਕ ਹੈ ਜੀ। ਉੱਚ ਸਿੱਖਿਆ ਦੇ ਲਈ ਉਹਨਾਂ ਨੂੰ ਉਹ ਮੁਲਤਾਨ ਦੇ ਇੱਕ ਮਦਰਸੇ ਚਲੇ ਗਏ, ਮਦਰਸੇ ਤੋਂ ਉਹਨਾਂ ਨੇ ਮੁਲਤਾਨ ਦੇ ਤੋਂ ਉੱਚ ਸਿੱਖਿਆ ਜਿਹੜੀ ਉਹ ਪ੍ਰਾਪਤ ਕੀਤੀ। ਆਪ 16 ਸਾਲ ਦੀ ਉਮਰ ਵਿੱਚ ਆਪਣੇ ਉਸਤਾਦ ਸੈਯਦ ਨਜ਼ੀਮ ਅਹਿਮਦ ਅਤੇ ਮਾਤਾ ਨਾਲ ਕਾਬੇ ਹੱਜ ਕਰਨ ਲਈ ਗਏ। 16 ਸਾਲ ਦੀ ਉਮਰ ਵਿੱਚ ਗਏ ਸਨ। ਕਿਸ ਦੇ ਨਾਲ ਗਏ ਸਨ? ਆਪਣੇ ਮਾਤਾ ਪਿਤਾ, ਠੀਕ ਹੈ, ਅਤੇ ਉਸਤਾਦ ਸੈਯਦ ਨਜ਼ੀਮ ਅਹਿਮਦ ਦੇ ਨਾਲ। ਉੱਥੇ ਆਪ ਦੀ ਮੁਲਾਕਾਤ ਆ ਜਿਹੜੀ ਸ਼ੇਖ ਅਬਦੁਲ ਕਾਦਰ ਜਿਲਾਨੀ ਦੇ ਨਾਲ ਜਿਹੜੀ ਆ ਹੋਈ, ਜਿਸ ਪਾਸੋਂ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀਆਂ ਕੁਝ ਨਿਸ਼ਾਨੀਆਂ ਨੇ ਜਿਹੜੀਆਂ ਉਹ ਪ੍ਰਾਪਤ ਹੋਈਆਂ। ਕਿੰਨਾ ਤੋਂ ਪ੍ਰਾਪਤ ਹੋਈਆਂ ਸੀ ਹਜ਼ਰਤ ਮੁਹੰਮਦ ਸਾਹਿਬ ਦੀਆਂ ਨਿਸ਼ਾਨੀਆਂ? ਸ਼ੇਖ ਅਬਦੁਲ ਕਾਦਰ ਜਿਲਾਨੀ ਤੋਂ ਉਹਨਾਂ ਨਾਲ ਮੁਲਾਕਾਤ ਹੋਈ ਸੀ। ਕਿੱਥੇ ਹੋਈ ਸੀ? ਕਾਬੇ ਵਿੱਚ ਹੋਈ ਸੀ, ਜਦੋਂ ਹੱਜ ਕਰਨ ਗਏ ਸੀ ਆਪਣੇ ਮਾਤਾ ਪਿਤਾ ਅਤੇ ਉਸਤਾਦ ਸੈਯਦ ਨਜ਼ੀਮ ਅਹਿਮਦ ਦੇ ਨਾਲ। ਇਹ ਯਾਦ ਰੱਖਣਾ। ਅਤੇ ਮੁਰਸ਼ਦ ਜਿਹੜੇ ਸੀਗੇ ਉਹਨਾਂ ਦੇ ਇਸ ਨਾਲ ਸੰਬੰਧਿਤ ਪ੍ਰਸ਼ਨ ਕਈ ਵਾਰੀ ਪੇਪਰ ਦੇ ਵਿੱਚ ਦੇਖਿਆ ਗਿਆ ਕਿ ਫਰੀਦ ਜੀ ਦੇ ਮੁਰਸ਼ਦ ਦਾ ਨਾਮ ਕੀ ਸੀ, ਫਰੀਦ ਜੀ ਦੇ ਕਿਸ ਦੇ ਚੇਲੇ ਸਨ, ਠੀਕ ਹੈ। ਤਾਂ ਉਹਨਾਂ ਦੇ ਜਿਹੜੇ ਮੁਰਸ਼ਦ ਸੀ ਉਹ ਸੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ। ਮੋਸਟ ਮਹੱਤਵਪੂਰਨ ਇੰਪੋਰਟੈਂਟ ਆ ਜਿਹੜਾ ਇਹ ਕੁਐਸਚਨ ਬਣ ਜਾਂਦਾ ਹੁੰਦਾ ਕਿ ਫਰੀਦ ਜੀ ਦੇ ਮੁਰਸ਼ਦ ਕੌਣ ਸੀ? ਖਵਾਜਾ ਕੁਤਬਦੀਨ ਬਖਤਿਆਰ ਕਾਕੀ। ਹਾਂਜੀ, ਇੱਥੇ ਹੁਣ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਆਪ ਦੀ ਮੁਲਾਕਾਤ ਬਖਤਿਆਰ ਕਾਕੀ ਜੀ ਨਾਲ 18 ਸਾਲ ਦੀ ਉਮਰ ਵਿੱਚ ਹੋਈ ਸੀਗੀ ਅਤੇ 18 ਸਾਲ ਦੀ ਉਮਰ ਵਿੱਚ ਕੁਰਾਨ ਆ ਜਿਹੜਾ ਆਪਨੇ ਕੰਠ ਕਰ ਲਿਆ ਸੀ। ਕੰਠ ਕਰ ਲੈਣਾ ਮਤਲਬ ਉਹਨਾਂ ਨੇ ਪੂਰਾ ਜਿਹੜਾ ਕੁਰਾਨ ਸ਼ਰੀਫ ਆ ਉਹਨੂੰ ਜ਼ੁਬਾਨੀ ਯਾਦ ਕਰ ਲਿਆ ਸੀਗਾ, ਠੀਕ ਹੈ। ਅਤੇ 18 ਸਾਲ ਦੀ ਉਮਰ ਵਿੱਚ ਉਸ ਸਮੇਂ ਹੋਈ ਸੀ ਜਦੋਂ ਆਪ ਮੁਲਤਾਨ ਵਿਖੇ ਇੱਕ ਮਸਜਿਦ ਵਿੱਚ ਧਾਰਮਿਕ ਪੁਸਤਕ ਨਾਫੀਆ ਪੜ੍ਹ ਰਹੇ ਸਨ। ਨਾਫੀਆ, ਠੀਕ ਹੈ ਜੀ, ਧਾਰਮਿਕ ਪੁਸਤਕ ਨਾਫੀਆ ਪੜ੍ਹ ਰਹੇ ਸੀ ਬੈਠੇ, ਤਾਂ ਉਸ ਸਮੇਂ ਉਹਨਾਂ ਦੀ ਜਿਹੜੀ ਮੁਲਾਕਾਤ ਆ ਬਖਤਿਆਰ ਕਾਕੀ ਜੀ ਨਾਲ ਹੋਈ ਸੀ। 18 ਸਾਲ ਦੀ ਉਹਨਾਂ ਦੀ ਉਮਰ ਸੀ ਉਸ ਸਮੇਂ, ਠੀਕ ਹੈ ਜੀ। ਤਾਂ ਅੱਗੇ ਵੱਧਦੇ ਆਪਾਂ, ਹੁਣ ਉਹਨਾਂ ਦੀ ਰੂਹਾਨੀ ਸਿੱਖਿਆ ਦੀ ਗੱਲ ਕਰੀਏ। ਇੱਕ ਮਿੰਟ ਥੋੜ੍ਹਾ ਪਿੱਛੇ ਜਾਈਏ। ਅਤੇ ਮੁੱਢਲੀ ਸਿੱਖਿਆ ਇੱਥੇ ਧਿਆਨ ਰੱਖਣਾ, ਮੁੱਢਲੀ ਸਿੱਖਿਆ ਪਿੰਡ ਕੋਠਵਾਲ ਮੌਲਾਨਾ ਮਿਨਹਾਜ਼ ਉਦੀਨ ਤੋਂ ਹੋਈ। ਉੱਚ ਸਿੱਖਿਆ ਮੁਲਤਾਨ ਦੇ ਇੱਕ ਮਦਰਸੇ ਤੋਂ ਹੋਈ, ਠੀਕ ਹੈ ਜੀ। ਕੋਠਵਾਲ ਤੋਂ ਮੁਲਤਾਨ ਚਲੇ ਗਏ ਉੱਚ ਸਿੱਖਿਆ ਲਈ ਮੁੱਢਲੀ ਸਿੱਖਿਆ ਤੋਂ ਬਾਅਦ। ਫਿਰ ਰੂਹਾਨੀ ਸਿੱਖਿਆ, ਜਿਹੜੀਆਂ ਪਹਿਲਾਂ ਸਿੱਖਿਆਵਾਂ ਆਪਾਂ ਕੀਤੀਆਂ ਆਪਾਂ ਉਹਨਾਂ ਨੂੰ ਦੁਨਿਆਵੀ ਸਿੱਖਿਆ ਕਹਿ ਸਕਦੇ ਹਾਂ, ਜਿਹੜੀਆਂ ਕਿ ਹਰ ਇੱਕ ਬੱਚੇ ਦੇ ਲਈ, ਹਰ ਇੱਕ ਵਿਅਕਤੀ ਦੇ ਲਈ ਜ਼ਰੂਰੀ ਹੁੰਦੀਆਂ ਨੇ। ਰੂਹਾਨੀ ਸਿੱਖਿਆ ਮੀਨਸ ਅਧਿਆਤਮਕ ਜਿਹੜਾ ਉਹਨਾਂ ਦਾ ਗਿਆਨ ਸੀ, ਅਧਿਆਤਮਕ ਸਿੱਖਿਆ ਜਿਹੜੀ ਸੀ, ਇਲਮ ਬਾਤਨੀ ਜਿਹਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਤੇ ਉਹ ਉਹਨਾਂ ਨੇ ਜਿਹੜੇ, ਜਿਵੇਂ ਉਹਨਾਂ ਦੇ ਮੁਰਸ਼ਦ ਦੀ ਗੱਲ ਕਰੀਏ ਬਖਤਿਆਰ ਕਾਕੀ, ਠੀਕ ਹੈ, ਉਹਨਾਂ ਤੋਂ ਦਿੱਲੀ ਵਿੱਚ ਹਾਸਲ ਕੀਤੀ ਸੀਗੀ। ਉਹਨਾਂ ਨੇ ਕਿੱਥੇ ਹਾਸਲ ਕੀਤੀ ਸੀ? ਦਿੱਲੀ ਵਿੱਚ। ਤਾਂ ਆਪ ਨੇ 12 ਸਾਲ ਦਿੱਲੀ ਵਿੱਚ ਜਿਹੜੀ ਰੂਹਾਨੀ ਸਿੱਖਿਆ ਹਾਸਲ ਕਰਨ ਤੋਂ ਬਾਅਦ, ਉਹਨਾਂ ਨੇ ਦਿੱਲੀ ਵਿੱਚ ਜਦੋਂ ਰੂਹਾਨੀ ਸਿੱਖਿਆ ਹਾਸਲ ਕਰ ਲਈ, ਉਸ ਤੋਂ ਬਾਅਦ ਫਿਰ ਆਪ ਜੀ ਨੇ 12 ਸਾਲ ਆਪਣੇ ਜੀਵਨ ਦੇ 12 ਸਾਲ ਹਾਂਸੀ ਵਿਖੇ ਗੁਜ਼ਾਰੇ, ਜਿੱਥੇ ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ, ਇਸਲਾਮ ਦਾ, ਠੀਕ ਹੈ, ਆਪਣੇ ਜਿਹੜੇ ਵਿਚਾਰਾਂ ਦਾ ਜੋ ਵੀ ਉੱਥੇ ਪ੍ਰਚਾਰ ਕੀਤਾ ਉਹਨਾਂ ਨੇ ਹਾਂਸੀ ਵਿਖੇ। ਦਿੱਲੀ ਤੋਂ ਸਿੱਖਿਆ ਲਈ ਰੂਹਾਨੀ ਸਿੱਖਿਆ, ਫਿਰ ਹਾਂਸੀ ਚਲੇ ਗਏ ਅਤੇ ਜੀਵਨ ਦਾ ਬਹੁਤ ਸਾਰਾ ਸਮਾਂ ਜਿਹਦੇ ਵਿੱਚ ਅਸੀਂ 12 ਸਾਲ ਕਹਿ ਲਈਏ ਕਿ ਹਾਂਸੀ ਗੁਜ਼ਾਰੇ, ਧਰਮ ਪ੍ਰਚਾਰ ਕਰਦੇ ਰਹੇ। ਅਤੇ ਫਰੀਦ ਜੀ ਦੇ ਜੇ ਅਸੀਂ ਉੱਤਰ ਅਧਿਕਾਰੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਉੱਤਰ ਅਧਿਕਾਰੀ ਹੈ ਜਿਹੜਾ ਪਹਿਲਾ ਦੀਵਾਨ ਬਦਰੁਦੀਨ ਸੁਲੇਮਾਨ।
ਦੀਵਾਨ ਬਦਰੂਦੀਨ ਸੁਲੇਮਾਨ ਕੌਣ ਸਨ? ਸ਼ੇਖ ਫਰੀਦ ਜੀ ਦੇ ਸਪੁੱਤਰ ਸਨ। ਠੀਕ ਹੈ ਜੀ। ਤਾਂ ਆਪਣੇ ਉੱਤਰ ਅਧਿਕਾਰੀ ਉਹਨਾਂ ਨੇ ਆਪਣੇ ਸਪੁੱਤਰ ਬਦਰੂਦੀਨ ਸੁਲੇਮਾਨ ਨੂੰ ਜਿਹੜਾ ਉਹ ਬਣਾਇਆ। ਅਤੇ 12ਵਾਂ ਉੱਤਰ ਅਧਿਕਾਰੀ ਇਸ ਨਾਲ ਸੰਬੰਧਿਤ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਆ, ਬਹੁਤ ਹੀ ਅਸੀਂ ਕਹਿ ਲਈਏ ਕਿ ਵਾਰ ਪੁੱਛਿਆ ਜਾਂਦਾ ਇਮਤਿਹਾਨਾਂ ਦੇ ਵਿੱਚ ਪੰਜਾਬੀ ਨਾਲ ਸੰਬੰਧਿਤ ਕਿ ਸ਼ੇਖ ਫਰੀਦ ਜੀ ਦੇ ਜਾਂ ਸੂਫੀ ਮਤ ਦੇ 12ਵੇਂ ਉੱਤਰ ਅਧਿਕਾਰੀ ਕੌਣ ਸਨ? ਉਹ ਸੀਗੇ ਜੀ ਸ਼ੇਖ ਬ੍ਰਹਮ ਜੀ ਜਾਂ ਸ਼ੇਖ ਇਬਰਾਹਿਮ। ਦੋਨਾਂ ਇੱਕੋ ਹੀ ਨੇ, ਉਹਨਾਂ ਦੇ ਦੋ ਨਾਮ ਨੇ, ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹਿਮ। 12ਵੇਂ ਉੱਤਰ ਅਧਿਕਾਰੀ ਆ ਜਿਹੜੇ ਉਹ ਸਾਨੂੰ ਪੜ੍ਹਨ ਨੂੰ ਸਾਨੂੰ ਮਿਲਦੇ ਨੇ ਕਿ 12ਵੇਂ ਉੱਤਰ ਅਧਿਕਾਰੀ ਨੇ ਉਹ ਪ੍ਰਮਾਣਿਕ ਨੇ। ਅਤੇ ਪਹਿਲੇ ਖਲੀਫਾ ਜਿਹੜੇ ਸੀਗੇ ਸ਼ੇਖ ਜਮਾਲੂਦੀਨ ਹਾਸਵੀ ਸੀਗੇ ਉਹਨਾਂ ਦੇ। ਅਤੇ ਪ੍ਰਮੁੱਖ ਖਲੀਫਾ ਮੈਂ ਇੱਥੇ ਪਹਿਲਾਂ ਦੱਸ ਦੇਵਾਂ ਕਿ ਖਲੀਫਾ ਹੁੰਦਾ ਸ਼ਿਸ਼, ਮੈਂ ਲਿਖਿਆ ਵੀ ਹੋਇਆ, ਨੋਟ ਕਰ ਲਿਓ। ਖਲੀਫਾ ਹੁੰਦਾ ਸ਼ਿਸ਼, ਚੇਲਾ, ਜਿਹਨੂੰ ਆਪਾਂ ਚੇਲਾ ਕਹਿ ਦਈਏ। ਅਤੇ ਫਰੀਦ ਜੀ ਦੇ ਪਹਿਲੇ ਜਿਹੜਾ ਚੇਲਾ ਸੀ ਉਹ ਸੀ ਫਰੀਦ ਜੀ ਦਾ ਸ਼ੇਖ ਜਮਾਲੂਦੀਨ ਹਾਂਸੀ ਵਿਖੇ ਉਹਨਾਂ ਨੇ ਧਰਮ ਪ੍ਰਚਾਰ ਕੀਤਾ ਸੀ। ਤਾਂ ਉੱਥੇ ਹੀ ਉਹਨਾਂ ਦੇ ਜਿਹੜੇ ਚੇਲੇ ਬਣੇ, ਖਲੀਫਾ ਬਣੇ ਸ਼ੇਖ ਜਮਾਲੂਦੀਨ ਹਾਂਸਵੀ ਜਿਹੜੇ ਸੀਗੇ। ਅਤੇ ਪ੍ਰਮੁੱਖ ਖਲੀਫਾ ਜਿਹੜੇ ਹੋਏ ਨੇ, ਸ਼ਿਸ਼ ਹੋਏ ਨੇ ਉਹਨਾਂ ਦੇ, ਖਲੀਫਾ ਅਵਲ ਜਿਹਨੂੰ ਕਿਹਾ ਜਾਂਦਾ, ਉਹ ਸੀਗੇ ਜੀ ਖਵਾਜਾ ਨਿਜ਼ਾਮੂਦੀਨ ਔਲੀਆ। ਠੀਕ ਹੈ। ਇੱਥੇ ਦੇਖੋ ਧਿਆਨ ਰੱਖਣ ਵਾਲੀ ਉੱਤਰ ਅਧਿਕਾਰੀ ਉਹ ਬਣਾਉਂਦੇ ਨੇ ਆਪਣੇ ਸਪੁੱਤਰ ਨੂੰ, ਬਦਰੂਦੀਨ ਸੁਲੇਮਾਨ ਨੂੰ। ਅਤੇ ਜਿਹੜੇ ਖਲੀਫਾ ਸੀ ਪਹਿਲੇ ਉਹ ਸੀ ਜਮਾਲੂਦੀਨ ਹਾਸਵੀ। ਅਤੇ ਜਿਹੜੇ ਪ੍ਰਮੁੱਖ ਖਲੀਫਾ, ਪ੍ਰਿਯ ਸ਼ਿਸ਼ ਜਿਹਨੂੰ ਅਸੀਂ ਕਹਿ ਲਈਏ, ਉਹ ਸੀਗੇ ਨਿਜ਼ਾਮੂਦੀਨ ਔਲੀਆ। ਠੀਕ ਹੈ ਜੀ। 3 ਹੋ ਗਏ ਨੇ ਉਹਨਾਂ ਦੇ ਸ਼ਿਸ਼ ਇੱਥੇ ਇੱਕ ਕਿਸਮ ਨਾਲ, ਇੱਕ ਉਹਨਾਂ ਦਾ ਸਪੁੱਤਰ, ਇੱਕ ਪਹਿਲਾ ਖਲੀਫਾ ਅਤੇ ਪ੍ਰਮੁੱਖ ਖਲੀਫਾ ਅਵਲ ਨਿਜ਼ਾਮੂਦੀਨ ਔਲੀਆ। ਠੀਕ ਹੈ ਜੀ। ਅੱਗੇ ਵਧਦੇ ਆਪਾਂ। ਹਾਂਜੀ, ਬਹੁਤ ਹੀ ਮਹੱਤਵਪੂਰਨ, ਮੋਸਟ ਇੰਪੋਰਟੈਂਟ ਪ੍ਰਸ਼ਨ ਆਪ ਜਿਹੜੇ ਕਈ ਵਾਰੀ ਆ ਜਾਂਦਾ ਕਿ ਫਰੀਦ ਜੀ ਚਿਸ਼ਤੀ ਸੰਪਰਦਾਇ ਦੇ ਨਾਲ ਸਾਨੂੰ ਪਤਾ ਸੰਬੰਧ ਰੱਖਦੇ ਆ। ਤਾਂ ਕਿੰਨਵੇਂ ਉੱਤਰ ਅਧਿਕਾਰੀ ਸਨ? 10ਵੇਂ ਉੱਤਰ ਅਧਿਕਾਰੀ ਸਨ ਫਰੀਦ ਜੀ। ਆਪ ਚਿਸ਼ਤੀ ਸੰਪਰਦਾਇ ਦੇ 10ਵੇਂ ਉੱਤਰ ਅਧਿਕਾਰੀ ਸਨ। ਅੱਗੇ ਪਿੰਡ ਵਿੱਚ ਆਪ ਨੂੰ ਕਾਜ਼ੀ ਬੱਚਾ ਦੀਵਾਨਾ ਅਤੇ ਸ਼ਕਰਗੰਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੱਥੇ ਪ੍ਰਸ਼ਨ ਇਹ ਵੀ ਆਇਆ ਪੇਪਰ ਦੇ ਵਿੱਚ ਕਿ ਸ਼ਕਰਗੰਜ ਨਾਂ ਦੇ ਨਾਲ ਕਿਸ ਨੂੰ ਜਾਣਿਆ ਜਾਂਦਾ? ਸ਼ੇਖ ਫਰੀਦ ਜੀ ਨੂੰ ਜਾਣਿਆ ਜਾਂਦਾ। ਅੱਗੇ ਸੀਅਰਲ ਔਲੀਆ ਪੁਸਤਕ ਦੇ ਅਨੁਸਾਰ, ਇੱਕ ਪੁਸਤਕ ਦਾ ਨਾਮ ਆ ਸੀਅਰਲ ਔਲੀਆ। ਠੀਕ ਆ। ਉਸ ਦੇ ਅਨੁਸਾਰ ਆਪ ਨੇ ਚਿੱਲਾ ਮਾਕੂਸ ਕੱਟਿਆ। ਚਿੱਲਾ ਕੀ ਹੁੰਦਾ ਜੀ? ਚਿੱਲਾ ਹੁੰਦਾ 40 ਦਿਨਾਂ ਨੂੰ ਚਿੱਲਾ ਕਿਹਾ ਜਾਂਦਾ ਕਿ ਭਾਵ 40 ਦਿਨ ਖੂਹ ਦੇ ਵਿੱਚ ਪੁੱਠਾ ਲਟਕੇ ਕੇ ਤਪੱਸਿਆ ਕੀਤੀ, ਸਾਧਨਾ ਕੀਤੀ ਸੀ ਉਹਨਾਂ ਨੇ, ਚਿੱਲਾ ਕੱਟਿਆ ਸੀਗਾ। ਠੀਕ ਆ। ਮਾਕੂਸ ਵੀ ਅਰਬੀ ਭਾਸ਼ਾ ਦਾ ਸ਼ਬਦ ਆ ਜਿਸ ਦਾ ਅਰਥ ਹੈ ਪੁੱਠਾ। ਚਿੱਲਾ ਮਾਕੂਸ ਦਾ ਅਰਥ ਹੈ ਕਿ 40 ਦਿਨ ਖੂਹ ਦੇ ਵਿੱਚ ਪੁੱਠਾ ਲਟਕ ਕੇ ਉਹਨਾਂ ਨੇ ਤਪ ਕੀਤਾ ਸੀ, ਤਪੱਸਿਆ ਕੀਤੀ ਸੀਗੀ। ਠੀਕ ਹੈ ਜੀ। ਚਿੱਲਾ ਕੱਟਿਆ ਸੀ ਫਰੀਦ ਜੀ ਨੇ। ਅਤੇ ਆਪ ਦਾ ਜਿਹੜਾ ਦੇਹਾਂਤ ਆ ਉਹ 1266 ਈਸਵੀ ਵਿੱਚ ਹੋਇਆ ਸੀ, ਇਹ ਯਾਦ ਰੱਖਣਾ। ਠੀਕ ਹੈ ਜੀ। ਆਖਰੀ ਸਾਹਾਂ ਵੇਲੇ ਆਪ ਅਜ਼ੋਤਨ ਪਾਕਪਟਨ, ਅੱਜ ਕੱਲ੍ਹ ਪਾਕਪਟਨ ਅਜ਼ੋਤਨ ਵਿਖੇ ਹੋਇਆ ਉਹਨਾਂ ਦਾ। ਇੱਥੇ ਹੀ ਆਪ ਦਾ ਮਕਬਰਾ ਜਿਹੜਾ ਬਣਿਆ ਹੋਇਆ ਹੈ, ਜਿਹੜਾ ਮਕਬਰਾ ਆਪ ਜੀ ਦਾ ਬਣਿਆ ਹੋਇਆ ਸੀ, ਕੱਚਾ ਮਕਬਰਾ ਸੀ, ਉਹ ਢੇਰੀ ਹੋ ਗਿਆ ਸੀ। ਤਾਂ ਸਮਾਂ ਪਾ ਕੇ ਮੁਗਲ ਬਾਦਸ਼ਾਹ ਫਿਰੋਜ਼ ਸ਼ਾਹ ਤੁਗਲਕ ਨੇ ਜਿਹੜਾ ਉਹਨਾਂ ਦਾ ਮਕਬਰਾ ਉਹ ਪੱਕਾ ਬਣਾਇਆ। ਠੀਕ ਹੈ। ਇਹ ਬਣਿਆ ਹੋਇਆ ਵਾ ਮਕਬਰਾ ਉਹਨਾਂ ਦਾ ਪਾਕਪਟਨ ਅਜ਼ੋਤਨ ਵਿੱਚ। ਠੀਕ ਹੈ ਜੀ। ਫਿਰੋਜ਼ ਸ਼ਾਹ ਤੁਗਲਕ ਨੇ ਬਣਵਾਇਆ ਸੀ ਫਰੀਦ ਜੀ ਦਾ ਮਕਬਰਾ, ਇਹ ਯਾਦ ਰੱਖਣਾ। ਇੱਥੇ ਤੱਕ ਅਸੀਂ ਫਰੀਦ ਜੀ ਦੇ ਜੀਵਨ ਦੇ ਬਾਰੇ ਪੜ੍ਹਿਆ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਸੀ। ਠੀਕ ਆ। ਮਾਤਾ ਪਿਤਾ, ਜਨਮ ਕਦੋਂ ਹੋਇਆ, ਕਿੱਥੋਂ ਸਿੱਖਿਆ ਲਈ, ਕਿੱਥੋਂ ਰੂਹਾਨੀਅਤ ਦੀ ਸਿੱਖਿਆ ਲਈ, ਉਹਨਾਂ ਦੇ ਚੇਲੇ ਕੌਣ ਸੀ, ਉਹਨਾਂ ਦੇ ਉੱਤਰ ਅਧਿਕਾਰੀ ਕੌਣ ਸਨ। ਇੱਥੇ ਤੱਕ ਆਪਾਂ ਇਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਕੀਤੀ ਆ। ਇਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੇ ਨਾਲ ਸੰਬੰਧਿਤ ਹੋਰ ਜਿਹੜੀ ਮਹੱਤਵਪੂਰਨ ਜਾਣਕਾਰੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਆਪ ਜਿਹੜੇ ਸੀ ਫਰੀਦ ਜੀ ਉਰਦੂ ਫਾਰਸੀ ਦੇ ਉੱਘੇ ਕਵੀ ਸਨ। ਆਪ ਦੀ ਰਚਨਾ ਉੱਤੇ ਲਹਿੰਦੀ ਅਤੇ ਮੁਲਤਾਨੀ ਦਾ ਪ੍ਰਭਾਵ ਖਾਸ ਤੌਰ 'ਤੇ ਝਲਕਦਾ ਹੈ। ਠੀਕ ਹੈ ਜੀ।
ਕਈ ਵਾਰੀ ਆ ਜਾਂਦਾ ਪ੍ਰਸ਼ਨ ਕਿ ਕਿਸ ਭਾਸ਼ਾਵਾਂ ਦੇ ਵਿੱਚ ਫਰੀਦ ਜੀ ਦੀਆਂ ਰਚਨਾਵਾਂ ਨੇ ਮਿਲੀਆਂ ਜਾਂ ਕਿਸ ਭਾਸ਼ਾ ਦੇ ਕਵੀ ਸਨ। ਉਰਦੂ, ਫਾਰਸੀ ਦੇ। ਅਤੇ ਇਹਨਾਂ ਦੀ ਰਚਨਾਵਾਂ 'ਤੇ ਜਿਹੜਾ ਪ੍ਰਭਾਵ ਆ ਉਹ ਲਹਿੰਦੀ ਅਤੇ ਮੁਲਤਾਨੀ ਦਾ ਜਿਹੜਾ ਝਲਕਦਾ ਵਾ। ਅਤੇ ਆਪ ਆਪਣਾ ਰੋਜ਼ਾ ਜਿਹੜਾ ਸੀ ਸ਼ਰਬਤ ਨਾਲ ਖੋਲ੍ਹਦੇ ਸੀ। ਠੀਕ ਹੈ ਜੀ, ਮਨੱਕਾਂ ਵਗੈਰਾ ਪਾ ਕੇ ਸ਼ਰਬਤ ਬਣਾ ਕੇ ਜਿਹੜੇ ਰੋਜ਼ੇ ਰੱਖਦੇ ਨੇ ਮੁਸਲਮਾਨ, ਤਾਂ ਜਦੋਂ ਇਹ ਫਰੀਦ ਜੀ ਵੀ ਰੱਖਦੇ ਸੀ ਤਾਂ ਜਿਹੜਾ ਰੋਜ਼ਾ ਆਪਣਾ ਖੋਲ੍ਹਦੇ ਸੀ ਉਹ ਸ਼ਰਬਤ ਦੇ ਨਾਲ ਖੋਲ੍ਹਦੇ ਸੀ। ਸੰਤ ਸਿੰਘ ਸੇਖੋਂ ਪੰਜਾਬੀ ਦੇ ਬਹੁਤ ਹੀ ਆਪਾਂ ਨੂੰ ਪਤਾ ਕਿ ਮਹਾਨ ਕਵੀ ਹੋਏ ਨੇ, ਰਾਈਟਰ ਹੋਏ ਨੇ ਸੰਤ ਸਿੰਘ ਸੇਖੋਂ ਜੀ। ਉਹਨਾਂ ਨੇ ਆਪ ਨੂੰ ਪ੍ਰਤੀਗਾਮੀ, ਰੂੜੀਵਾਦੀ ਜਿਹਨੂੰ ਕਿਹਾ ਜਾਂਦਾ, ਪ੍ਰਤੀਗਾਮੀ ਦਾ ਅਰਥ ਹੁੰਦਾ ਰੂੜੀਵਾਦੀ ਕਿਹਾ। ਮਤਲਬ ਕਿ ਫਰੀਦ ਜੀ ਸ਼ਰੀਅਤ ਦੇ ਜਿਹੜੇ ਅਸੀਂ ਕਹਿ ਲਈਏ ਨਿਯਮਾਂ ਦੇ ਕੱਟੜਤਾਵਾਦੀ ਜਿਹੜੇ ਸੀ, ਕੱਟੜ ਵਿਚਾਰਾਂ ਵਾਲੇ ਸੀਗੇ। ਇਸ ਕਰਕੇ ਸੰਤ ਸਿੰਘ ਸੇਖੋਂ ਨੇ ਉਹਨਾਂ ਨੂੰ ਰੂੜੀਵਾਦੀ ਸੋਚ ਵਾਲੇ ਕਿਹਾ, ਪ੍ਰਤੀਗਾਮੀ। ਠੀਕ ਹੈ, ਆਲੋਚਕ ਨੇ ਸੰਤ ਸਿੰਘ ਸੇਖੋਂ ਨੇ ਆਲੋਚਨਾ ਕੀਤੀ। ਆਲੋਚਨਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਨਿੰਦਿਆ, ਮਤਲਬ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਸ ਦੇ ਉੱਤੇ ਉਹਨਾਂ ਨੇ ਜਿਹੜਾ ਕਟਾਸ਼ ਕੀਤਾ ਕਿ ਉਹਨਾਂ ਦੀ ਵਿਚਾਰਧਾਰਾ ਕਿਸ ਤਰ੍ਹਾਂ ਦੀ ਸੀ। ਪ੍ਰਤੀਗਾਮੀ ਵਿਚਾਰਧਾਰਾ ਸੀ, ਰੂੜੀਵਾਦੀ ਸੋਚ ਸੀ। ਪਰ ਨਾਲ ਹੀ ਪੰਜਾਬੀ ਸਾਹਿਤ ਦਾ ਪਿਤਾ ਵੀ ਉਹਨਾਂ ਨੂੰ ਕਿਹਾ ਕਿ ਪੰਜਾਬੀ ਸਾਹਿਤ ਦਾ ਜਿਹੜਾ ਮੁੱਢ ਆ ਉਹ ਸ਼ੇਖ ਫਰੀਦ ਜੀ ਦੇ ਨਾਲ ਹੀ ਹੁੰਦਾ। ਠੀਕ ਹੈ ਜੀ। ਆਪ ਦੀ ਤੁਲਨਾ ਅੰਗਰੇਜ਼ੀ ਕਵੀ ਚੌਸਰ ਨਾਲ ਵੀ ਕੀਤੀ ਜਾਂਦੀ ਹੈ। ਫਰੀਦ ਜੀ ਦੀ ਤੁਲਨਾ ਅੰਗਰੇਜ਼ੀ ਦੇ ਕਿਹੜੇ ਕਵੀ ਦੇ ਨਾਲ ਕੀਤੀ ਜਾਂਦੀ ਹੈ? ਚੌਸਰ ਕਵੀ, ਕਿਉਂਕਿ ਚੌਸਰ ਦੀ ਜਿਹੜੀ ਵਿਚਾਰਧਾਰਾ ਉਹ ਵੀ ਫਰੀਦ ਜੀ ਦੇ ਨਾਲ ਮਿਲਦੀ ਜੁਲਦੀ ਸੀ, ਰੂੜੀਵਾਦੀ ਸੀ, ਥੋੜ੍ਹਾ ਕੱਟੜਵਾਦੀ ਸੀ। ਇਸ ਦੇ ਲਈ ਫਰੀਦ ਜੀ ਦੀ ਜਿਹੜੀ ਤੁਲਨਾ ਅੰਗਰੇਜ਼ੀ ਦੇ ਕਵੀ ਚੌਸਰ ਦੇ ਨਾਲ ਵੀ ਕੀਤੀ ਜਾਂਦੀ ਹੈ। ਮੈਕਾਲਿਫ ਨੇ ਸਭ ਤੋਂ ਪਹਿਲਾਂ ਆਪ ਦੀ ਰਚਨਾ ਉੱਤੇ ਸ਼ੰਕਾ ਪ੍ਰਗਟ ਕੀਤੀ। ਮੈਕਾਲਿਫ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਹਨਾਂ ਨੇ ਵੀ ਕੀ ਆ, ਕ੍ਰਿਟੀਸਾਈਜ਼ ਕੀਤਾ ਇਹਨਾਂ ਦੀ ਰਚਨਾ ਨੂੰ ਕਿ ਇਹ ਰਚਨਾ ਇਹਨਾਂ ਦੀ ਨਹੀਂ ਹੈਗੀ, ਉਹਨਾਂ ਦੇ ਗੱਦੀ ਨਸ਼ੀਨ ਬ੍ਰਹਮ ਦੀ ਆ, ਸ਼ੇਖ ਬ੍ਰਹਮ ਦੀ ਆ, 12ਵੇਂ। ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਸ਼ੰਕਾ, ਬਟ ਬਾਅਦ ਵਿੱਚ ਬਾਬਾ ਬੁੱਧ ਸਿੰਘ ਹੋ ਗਏ, ਹੋਰ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਇਹ ਤੱਥ ਜਿਹੜੇ ਉਹ ਕੱਢ ਲਏ ਨੇ, ਪ੍ਰੂਫ ਕਰ ਦਿੱਤਾ ਕਿ ਜਿਹੜੀ ਰਚਨਾ ਮਾ ਸ਼ੇਖ ਫਰੀਦ ਜੀ ਦੀ ਹੀ ਆ। ਅਤੇ ਮਤਲਬ ਸ਼ੰਕਾ ਵਾ ਜਿਹੜੀ ਉਹ ਮੈਕਾਲਫ ਨੇ ਵੀ ਕੀਤੀ ਸੀ। ਅਤੇ ਫਰੀਦ ਜੀ ਨੂੰ ਵਿਰਹਾ ਤੂ ਸੁਲਤਾਨ ਵੀ ਆਖਿਆ ਜਾਂਦਾ। ਅਤੇ ਇੱਕ ਵਿਰਹਾ ਤੂ ਸੁਲਤਾਨ ਤੁਹਾਨੂੰ ਸਾਰਿਆਂ ਨੂੰ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਸਾਰੇ ਸਾਥੀਆਂ ਨੂੰ ਪਤਾ ਹੀ ਕਿ ਵਿਰਹਾ ਤੂ ਸੁਲਤਾਨ ਸ਼ਿਵ ਕੁਮਾਰ ਨੂੰ ਵੀ ਕਿਹਾ ਜਾਂਦਾ। ਬਟ ਅਸੀਂ ਫਰੀਦ ਜੀ ਦੀ ਗੱਲ ਕਰਦੇ ਹਾਂ। ਠੀਕ ਹੈ, ਪੂਰਵ ਨਾਨਕ ਕਾਲ ਦੇ ਜਿਹੜੀਆਂ ਹੋਇਆ ਸਾਹਿਤ ਉਹਦੇ ਵਿੱਚ ਹੋਏ ਨੇ ਫਰੀਦ ਜੀ। ਅਤੇ ਇਹਨਾਂ ਨੂੰ ਵੀ ਬਿਰਹਾ ਤੂ ਸੁਲਤਾਨ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਬਿਰਹਾ ਪਰਮਾਤਮਾ ਤੋਂ ਵਿਛੜੀ ਹੋਈ ਰੂਹ ਨੂੰ ਜਿਹੜਾ ਉਹਨਾਂ ਨੇ ਮੁੱਖ ਜਿਹੜਾ ਉਹਨਾਂ ਦਾ ਵਿਸ਼ਾ ਵਾ ਕਿ ਤੜਫਦੀ ਆ ਰੂਹ, ਅਤੇ ਮਤਲਬ ਜਿਹਨੂੰ ਅਸੀਂ ਕਹਿ ਲਈਏ ਕਿ ਉਹ ਬਿਰਹਾ ਹੀ ਅਲਾਪਿਆ ਉਹਨਾਂ ਨੇ ਆਪਣੀ ਰਚਨਾਵਾਂ ਦੇ ਵਿੱਚ ਪਰਮਾਤਮਾ ਦੇ ਲਈ। ਠੀਕ ਹੈ, ਬਿਰਹਾ ਦਾ ਜਿਹੜਾ ਕਵੀ ਉਹ ਵੀ ਕਿਹਾ ਜਾਂਦਾ ਇਹਨਾਂ ਨੂੰ, ਫਰੀਦ ਜੀ ਨੂੰ। ਅੱਗੇ ਲਾਜਵੰਤੀ ਰਾਮਾ ਕ੍ਰਿਸ਼ਨ ਨੇ ਆਪਣੀ ਪੁਸਤਕ ਨਸੀਹਤਨਾਮਾ ਦਾ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ, ਆਪਣੀ ਪੁਸਤਕ ਦੇ ਵਿੱਚ ਇਹਨਾਂ ਦੀ ਜਿਹੜੀ ਰਚਨਾ ਨਸੀਹਤਨਾਮਾ ਉਹਦਾ ਜ਼ਿਕਰ ਕੀਤਾ ਵਾ। ਲਾਜਵੰਤੀ ਰਾਮਾ ਕ੍ਰਿਸ਼ਨਾ ਨੇ ਆਪਣੇ ਪ੍ਰਭੂ ਭਗਤੀ ਦੇ ਲਈ ਪਤੀ ਪਤਨੀ ਦਾ ਅਲੰਕਾਰ ਸਭ ਤੋਂ ਪਹਿਲਾਂ ਵਰਤਿਆ। ਠੀਕ ਹੈ ਜੀ, ਪਤੀ ਦੇ ਲਈ ਇੱਕ ਬਿਰਹਾ, ਇੱਕ ਪਤਨੀ ਦੀ ਤੜਫ, ਇੱਕ ਅਲੰਕਾਰ ਦੇ ਰੂਪ ਵਿੱਚ ਆਪਣੀਆਂ ਰਚਨਾਵਾਂ ਦੇ ਵਿੱਚ ਪਰਮਾਤਮਾ ਨੂੰ ਪਤੀ ਦੇ ਰੂਪ ਵਿੱਚ ਅਤੇ ਜੀਵ ਇਸਤਰੀ ਨੂੰ ਇਸਤਰੀ ਦੇ ਰੂਪ ਵਿੱਚ, ਪਤਨੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਅਲੰਕਾਰਿਤ ਜਿਹੜਾ ਹੈਗਾ ਉਹ ਫਰੀਦ ਜੀ ਨੇ ਕੀਤਾ ਸੀਗਾ। ਅਤੇ ਡਾਕਟਰ ਜੀਤ ਸਿੰਘ ਸ਼ੀਤਲ ਨੇ ਆਪ ਨੂੰ ਭਾਰਤ ਦਾ ਲੋਕ ਕਵੀ ਵੀ ਕਿਹਾ ਹੈ। ਕਈ ਵਾਰੀ ਪ੍ਰਸ਼ਨ ਆ ਜਾਂਦਾ UGC ਨੈਟ ਦੇ ਲਈ, ਮਾਸਟਰ ਕੈਡ ਦੇ ਲਈ, ਅਤੇ ਕਿ ਜੀਤ ਸਿੰਘ ਸ਼ੀਤਲ ਨੇ ਆਪ ਨੂੰ ਭਾਰਤ ਦਾ ਲੋਕ ਕਵੀ ਕਿਹਾ ਹੈ। ਕਿਸ ਨੇ ਕਿਹਾ ਹੈ ਜੀ? ਜੀਤ ਸਿੰਘ ਸ਼ੀਤਲ ਨੇ। ਠੀਕ ਹੈ ਜੀ, ਇੱਥੇ ਤੱਕ। ਅਤੇ ਇਸ ਤੋਂ ਬਾਅਦ ਹੁਣ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸ਼ੇਖ ਫਰੀਦ ਜੀ ਨਾਲ ਸੰਬੰਧਿਤ, ਅਤੇ ਜਿਨ੍ਹਾਂ ਦੇ ਉੱਤੇ ਜਿਹੜੇ ਪ੍ਰਸ਼ਨ ਨੇ ਆਉਂਦੇ ਨੇ, ਉਲਝਾਅ ਪਾਉਂਦੇ ਨੇ, ਹਮੇਸ਼ਾ ਇੱਥੇ ਅਸੀਂ ਉਲਝ ਜਾਂਦੇ ਹਾਂ। ਇਹਨਾਂ ਨੂੰ ਯਾਦ ਰੱਖਣਾ ਕਿ ਸ਼ਲੋਕ ਫਰੀਦ ਸ਼ੇਖ ਫਰੀਦ ਕੇ, ਇਸ ਸਿਰਲੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਰੀਦ ਜੀ ਦੇ ਸ਼ਲੋਕ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ। ਤਾਂ
ਟੋਟਲ ਕਈ ਵਾਰੀ ਪ੍ਰਸ਼ਨ ਪੁੱਛਿਆ ਜਾਂਦਾ ਕਿ ਸ਼ਲੋਕ ਸ਼ੇਖ ਫਰੀਦ ਕੇ ਸਿਰਲੇਖ ਹੇਠ ਕਿੰਨੇ ਸ਼ਲੋਕ ਹਨ। ਇੱਥੇ ਕਈ ਬੱਚੇ ਗਲਤੀ ਕੀ ਕਰਦੇ ਨੇ ਕਿ ਸਾਨੂੰ ਪਤਾ ਕਿ ਫਰੀਦ ਜੀ ਦੇ 112 ਸ਼ਲੋਕ ਨੇ, ਠੀਕ ਹੈ, ਤਾਂ ਉੱਥੇ 112 ਠੀਕ ਕਰੇ ਆਉਂਦੇ ਨੇ, ਤੇ ਗਲਤ ਹੋ ਜਾਂਦਾ। ਇਸ ਸਿਰਲੇਖ ਦੇ ਹੇਠ ਆ ਜਿਹੜੇ 130 ਸ਼ਲੋਕ ਨੇ ਜੀ, ਨੋਟ ਕਰ ਲਓ। ਫਰੀਦ ਜੀ ਦੇ ਇਸ ਸਿਰਲੇਖ ਦੇ ਹੇਠ 130 ਸ਼ਲੋਕ ਨੇ, ਜਿਨ੍ਹਾਂ ਵਿੱਚੋਂ 18 ਸ਼ਲੋਕ ਗੁਰੂ ਸਾਹਿਬਾਨ ਦੇ ਨੇ। ਕਿਹੜੇ ਗੁਰੂ ਸਾਹਿਬਾਨ ਦੇ ਨੇ? ਪਹਿਲੇ ਗੁਰੂ ਨਾਨਕ ਦੇਵ ਜੀ ਦੇ 4 ਸ਼ਲੋਕ ਨੇ ਜੀ ਇਸ ਸਿਰਲੇਖ ਦੇ ਹੇਠ। ਤੀਸਰੇ ਗੁਰੂ ਦੇ ਤੀਸਰੀ ਪਾਤਸ਼ਾਹੀ ਦੇ 5 ਸ਼ਲੋਕ ਨੇ, ਠੀਕ ਹੈ ਜੀ। ਤੇ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦਾ 1 ਸ਼ਲੋਕ ਆ, ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ 8 ਸ਼ਲੋਕ ਸ਼ੇਖ ਫਰੀਦ ਜੀ ਦੇ ਸਿਰਲੇਖ ਹੇਠ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ, ਠੀਕ ਹੈ ਜੀ। ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹੀ, ਉਹਨਾਂ ਦੇ 5 ਸ਼ਲੋਕ ਨੇ। ਤਾਂ ਟੋਟਲ ਇਹ 18 ਸ਼ਲੋਕ ਨੇ ਜਿਹੜੇ ਫਰੀਦ ਜੀ ਦੇ ਸ਼ਲੋਕਾਂ ਦੇ ਨਾਲ ਇਸ ਸਿਰਲੇਖ ਦੇ ਹੇਠ ਦਰਜ ਨੇ ਕੀਤੇ ਗਏ, ਠੀਕ ਹੈ ਜੀ। ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਪੁੱਛਿਆ ਜਾਂਦਾ ਕਿ ਫਰੀਦ ਜੀ ਦੇ ਕਿੰਨੇ ਸ਼ਲੋਕ ਨੇ, ਤਾਂ ਸਹੀ ਉੱਤਰ ਆਵੇਗਾ ਕਿ 112 ਸ਼ਲੋਕ ਫਰੀਦ ਜੀ ਦੇ ਨੇ, ਅਤੇ ਸ਼ਬਦ ਕਿੰਨੇ ਨੇ? 4 ਸ਼ਬਦ ਦਰਜ ਨੇ। ਫਰੀਦ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਰਚਨਾ ਕਿੰਨੀ ਆ? 112 ਸ਼ਲੋਕ ਅਤੇ 4 ਸ਼ਬਦ। ਹੁਣ ਆਪਾਂ ਫਰੀਦ ਜੀ ਦੇ ਸ਼ਬਦਾਂ 'ਤੇ ਆਈਏ ਤਾਂ ਸ਼ਬਦਾਂ ਦਾ ਵੇਰਵਾ ਕੀ ਆ? ਪਹਿਲਾ ਸ਼ਬਦ ਆ ਉਹਨਾਂ ਦਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਇਹ ਫਰੀਦ ਜੀ ਦਾ ਸ਼ਬਦ ਆ, ਰਾਗ ਆਸਾ ਦੇ ਵਿੱਚ ਆ, ਤੇ 10 ਤੁਕਾਂ ਦੇ ਵਿੱਚ ਇਹ ਜਿਹੜਾ ਸ਼ਬਦ ਆ ਉਹਨਾਂ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਆ। ਦੂਸਰਾ ਸ਼ਬਦ ਆ ਉਹਨਾਂ ਦਾ, ਬੋਲੇ ਸ਼ੇਖ ਫਰੀਦ ਪਿਆਰੇ ਅਲਹ ਲੱਗੇ, ਰਾਗ ਆਸਾ ਦੇ ਵਿੱਚ ਹੀ ਆ, ਇਹ 17 ਤੁਕਾਂ ਦਾ ਸ਼ਬਦ ਆ। ਤੀਸਰਾ ਸ਼ਬਦ ਆ, ਤਪ ਤਪ ਤੁਲਹੈ ਤਪ ਤਪ ਲੁਹੈ ਲੁਹੇ ਹਾਥ ਮਰੋਰਿਓ, ਇਹ ਰਾਗ ਸੂਹੀ ਦੇ ਵਿੱਚ ਜੀ 18 ਤੁਕਾਂ ਦਾ ਸ਼ਬਦ ਆ। ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਰਾਗ ਸੂਹੀ ਲਲਿਤ ਦੇ ਵਿੱਚ 7 ਤੁਕਾਂ ਦਾ ਸ਼ਬਦ ਆ ਜੀ ਇਹ, ਠੀਕ ਹੈ। ਫਰੀਦ ਜੀ ਦੇ 4 ਸ਼ਬਦ ਨੇ, 4ਾਂ ਦਾ ਵਰਣਨ ਦਿੱਤਾ ਹੋਇਆ, ਨੋਟ ਕਰ ਲਿਓ ਸ਼ਬਦ। ਤੇ ਰਾਗ ਕਿਹੜੇ ਰਾਗ? 2 ਆਸਾ ਦੇ ਵਿੱਚ ਨੇ, 2 ਰਾਗ ਸੂਹੀ ਦੇ ਵਿੱਚ ਨੇ, ਤੇ ਕਿੰਨੀਆਂ ਤੁਕਾਂ ਨੇ ਇਹਨਾਂ ਸ਼ਬਦਾਂ ਦੀਆਂ, ਇਹ ਤੁਸੀਂ ਨੋਟ ਕਰ ਲੈਣਾ, ਠੀਕ ਹੈ ਜੀ। ਅੱਗੇ ਇਸ ਤੋਂ ਬਾਅਦ ਹੁਣ ਫਾਰਸੀ ਰਚਨਾ ਜਿਹੜੀ ਮਿਲਦੀ ਆ ਫਰੀਦ ਜੀ ਦੇ ਨਾਲ ਸੰਬੰਧਿਤ, ਇਹ ETT ਲੈਵਲ ਦੇ ਲਈ ਤਾਂ ਨਹੀਂ ਹੈਗਾ। ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹਾਈ ਲੈਵਲ ਦੇ ਮਾਸਟਰ ਕੇਡਰ ਜਾਂ ਅਸੀਂ ਕਹਿ ਲਈ UGC ਨੈਟ ਲੈਕਚਰਰ ਦੀ ਜਿਹੜੀ ਭਰਤੀ ਆ, ਉਹਦੇ ਵਿੱਚ ਪੰਜਾਬੀ ਦੇ ਪੇਪਰ ਵਿੱਚ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਕਿ ਫਾਰਸੀ ਰਚਨਾ ਇਹਦੇ ਅੰਦਰ ਰਾਹਤ ਅਲ ਕਲੂਬ ਮਤਲਬ ਹਿਰਦੇ ਦਾ ਸੁੱਖ ਚੈਨ, ਠੀਕ ਹੈ ਜੀ। ਇਹ ਫਰੀਦ ਜੀ ਨਾਲ ਸੰਬੰਧਿਤ ਰਚਨਾ, ਇਹਨੂੰ ਸੰਗ੍ਰਹਿ ਕੀਤਾ ਕਰਤਾ ਇਹਦੇ ਹੈਗੇ ਆ ਨਿਜ਼ਾਮੁਦੀਨ ਔਲੀਆ। ਨਿਜ਼ਾਮੁਦੀਨ ਔਲੀਆ ਮੈਂ ਪਹਿਲਾਂ ਦੱਸ ਚੁੱਕੀ ਹਾਂ, ਇਹਨਾਂ ਦੇ ਸ਼ਿਸ਼ ਨੇ, ਠੀਕ ਹੈ ਜੀ। ਸਿਰਾਜ ਉਲ ਔਲੀਆ ਮਤਲਬ ਇਸ ਦਾ ਸ਼ਬਦ ਦਾ ਅਰਥ ਕੀ ਆ? ਸੂਰਜ ਜਾਂ ਚਾਨਣ ਮੁਨਾਰਾ। ਸਿਰਾਜ ਉਲ ਔਲੀਆ ਦਾ ਅਰਥ ਆ ਸੂਰਜ ਜਾਂ ਚਾਨਣ ਮੁਨਾਰਾ। ਇਸ ਨੂੰ ਵੀ ਸੰਗ੍ਰਹਿ, ਇਸ ਦੇ ਵੀ ਸੰਗ੍ਰਹਿ ਕਰਤਾ ਨਿਜ਼ਾਮੁਦੀਨ ਔਲੀਆ, ਇਹਨਾਂ ਦੇ ਸ਼ਿਸ਼ ਨੇ, ਠੀਕ ਹੈ। ਅੱਗੇ ਫਵਾਇਦ ਉਸਾਲਿਕੈਨ, ਧਰਮ ਦੇ ਰਾਹ ਉੱਤੇ ਤੁਰਨ ਵਾਲਿਆਂ ਦੇ ਲਾਭ ਹਿੱਤ, ਇਸ ਦਾ ਅਰਥ ਹੈ ਇਹਦੇ ਸੰਗ੍ਰਹਿ ਕਰਤਾ ਸ਼ੇਖ ਫਰੀਦ ਜੀ ਨੇ, ਠੀਕ ਹੈ ਜੀ। ਇਹ ਨੋਟ ਕਰ ਲਿਓ ਤੁਸੀਂ। ਕਈ ਵਾਰੀ ਇਹਨਾਂ ਦੇ ਨਾਮ ਹੀ ਪੁੱਛੇ ਜਾ ਸਕਦੇ ਕਿ ਇਸ ਦਾ ਅਰਥ ਕੀ ਆ, ਜਾਂ ਸੰਗ੍ਰਹਿ ਕਰਤਾ ਕੌਣ ਨੇ, ਠੀਕ ਹੈ। ਇਹ ਰਚਨਾ ਦੇ ਸੰਗ੍ਰਹਿ ਕਰਤਾ ਕੌਣ ਨੇ? ਨਿਜ਼ਾਮੁਦੀਨ ਔਲੀਆ ਪਹਿਲੀਆਂ 2 ਦੇ, ਤੇ ਤੀਸਰੀ ਜਿਹੜੀ ਹੈਗੀ ਆ ਵਫਾਇਦ ਉਸਾਲਕੈਨ, ਠੀਕ ਹੈ, ਇਹਦੇ ਸੰਗ੍ਰਹਿ ਕਰਤਾ ਹੈਗੇ ਨੇ ਸ਼ੇਖ ਫਰੀਦ ਜੀ ਹੀ, ਠੀਕ ਹੈ। ਤੇ ਨੋਟ ਕਰਨ ਵਾਲੀ ਗੱਲ ਆ ਕਿ ਕੁਝ ਪਦ ਹਿੰਦੀ ਦੇ ਵਿੱਚ ਵੀ ਰਚੇ ਮੰਨੇ ਜਾਂਦੇ ਨੇ, ਜੋ ਕਿ ਆਪਣੇ ਹਾਂਸੀ ਜ਼ਿਲ੍ਹਾ ਹਿਸਾਰ ਵਿਖੇ ਰਚੀ। ਕੁਝ ਹਿੰਦੀ ਵਿੱਚ ਵੀ ਇਹਨਾਂ ਦੀ ਰਚਨਾ ਕੀਤੀ ਮੰਨੀ ਜਾਂਦੀ ਆ, ਠੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਅਸੀਂ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਦੇ ਜੋ ਪ੍ਰਮਾਣਿਕ ਨੇ ਗੁਰੂ ਮਹਾਰਾਜ ਨੇ, ਤਾਂ ਉਹ ਤਾਂ ਪੱਕਾ ਸਾਨੂੰ ਉਸ ਗੱਲ ਦੇ ਉੱਤੇ ਕੋਈ ਸੰਦੇਹ ਹੈ ਹੀ ਨਹੀਂ, ਕੋਈ ਸ਼ੰਕਾ ਹੀ ਨਹੀਂ ਹੈ ਕਿ ਫਰੀਦ ਜੀ ਦੇ ਹੈਗੇ ਨੇ ਜਾਂ ਨਹੀਂ ਹੈਗੇ। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੇ 12 ਸ਼ਲੋਕ ਤੇ 4 ਸ਼ਬਦ ਜਿਹੜੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ, ਸ਼ੇਖ ਫਰੀਦ ਜੀ ਦੇ ਨੇ।
ਠੀਕ ਹੈ ਜੀ। ਇਹਨਾਂ ਦੇ ਵਿਦਵਾਨਾਂ ਦੀਆਂ ਜਿਹੜੀਆਂ ਸ਼ੰਕਾਵਾਂ ਨੇ ਹੈਗੇ ਨੇ, ਸ਼ੰਕੇ ਨੇ, ਉਹ ਹਮੇਸ਼ਾ ਹੁੰਦੇ ਹੀ ਨੇ, ਬਟ ਫਿਰ ਵੀ ਇਹ ਜਿਹੜੇ ਤੁਸੀਂ ਇਹਨਾਂ ਨੂੰ ਨੋਟ ਕਰ ਲਓ, ਯਾਦ ਕਰ ਲਓ, ਫਰੀਦ ਜੀ ਦੀਆਂ ਇਹ ਵੀ ਰਚਨਾਵਾਂ ਨੇ। ਅਤੇ ਹਿੰਦੀ ਦੇ ਵਿੱਚ ਵੀ ਮੰਨਿਆ ਜਾਂਦਾ ਕਿ ਇਹਨਾਂ ਨੇ ਕੁਝ ਪਦਾਂ ਦੀ ਜਿਹੜੀ ਰਚਨਾ ਵਾ ਹਿੰਦੀ ਵਿੱਚ ਵੀ ਕੀਤੀ ਹੈ, ਹਿਸਾਰ ਵਿੱਚ ਜਦੋਂ ਇਹ ਰਹਿੰਦੇ ਸੀ, ਹਾਂਸੀ ਦੇ ਵਿੱਚ। ਠੀਕ ਹੈ ਜੀ। ਹੁਣ ਸਭ ਤੋਂ ਅਖੀਰ ਦੇ ਉੱਤੇ ਯਾਦ ਕੀ ਕਰਨਾ ਅੱਜ ਦੀ ਆਪਾਂ ਜਿਹੜੀ ਵੀਡੀਓ ਦੇ ਵਿੱਚ ਮੇਨ ਪੁਆਇੰਟ ਸੀ ਕਿ ਸਭ ਤੋਂ ਪਹਿਲਾਂ ਕੋਠੇਵਾਲ ਵਿੱਚ ਉਹਨਾਂ ਨੇ ਮੁੱਢਲੀ ਸਿੱਖਿਆ ਜਿਹੜੀ ਉਹ ਪ੍ਰਾਪਤ ਕੀਤੀ, ਅਤੇ ਇਸ ਤੋਂ ਬਾਅਦ ਮੁਲਤਾਨ ਦੇ ਵਿੱਚ ਇਹ ਦੁਨਿਆਵੀ, ਫਿਰ ਦਿੱਲੀ ਚਲੇ ਗਏ। ਦਿੱਲੀ ਦੇ ਵਿੱਚ ਉਹਨਾਂ ਨੇ ਅਧਿਆਤਮਕ ਜਿਹੜੀ ਸਿੱਖਿਆ ਵਾ, ਗਿਆਨ ਆ, ਉਹ ਪ੍ਰਾਪਤ ਕੀਤਾ। ਦਿੱਲੀ ਤੋਂ ਬਾਅਦ ਫਿਰ ਹਾਂਸੀ ਵਿੱਚ ਉਹਨਾਂ ਨੇ ਆਪਣਾ ਜਿਹੜਾ ਪ੍ਰਚਾਰ ਆ 12 ਸਾਲ ਰਹੇ। ਠੀਕ ਆ, ਅਧਿਆਤਮਕਤਾ ਦਾ ਜਿਹੜਾ ਪ੍ਰਚਾਰ ਆ ਉਹ ਕੀਤਾ, ਅਤੇ ਪਾਕਪਟਨ ਅਜੋਧਨ ਵਿਖੇ ਉਹਨਾਂ ਦਾ ਜਿਹੜਾ ਦੇਹਾਂਤ ਆ ਉਹ ਹੋ ਗਿਆ। ਠੀਕ ਹੈ ਜੀ। ਉਮੀਦ ਕਰਦੀ ਹਾਂ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰਹੇਗੀ, ਮਦਦਗਾਰ ਰਹੇਗੀ। ਜਾਣਕਾਰੀ ਹੈ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਅੱਜ ਦੇ ਲੈਕਚਰ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।